सूरज चढ़न हजार एते चानण मुंदियां गुर बिन घोर अंधार बाणी गुरु गुरु है बाणी विच बाणी अमृत सारे गुर बाणी कहै सेवक जन मनै पर तख गुरु निस्तारे गुर बाणी कहै सेवक जन मनै पर तख गुरु निस्तारे। परम सन्मानयोग चबर शतर तखत दे मालिक जुगो जुग अटल धन धन श्री गुरु ग्रंथ साहिब जी महाराज जी की पावन पवित्र हजूरी विच विराजमान गुरु प्यारे गुरु सवारे सत्संगी जनों, सतगुरां दी अपार कृपा बख्शिश दे सदका हफ्तावारी दीवाना दे विच इकत्र हो के गुरबाणी शब्द कीर्तन दे नाल आप सांझ पा रहे हो। सो सतगुरु धन श्री गुरु ग्रंथ साहिब जी महाराज जी ने त्रुट के अज अमृत वेले तो जो महाभाग हुक्म के रूप दे विच बख्शिश कीते हैं, सो आओ गुरु साहिब जी की पावन हजूरी दे विच सतगुरां दे बख्शिश कीते हुए इलाही फरमान के विचार के नाल सांझ पाइए। उस तो पहला मैं ये तो नहीं आखांगा कि चित विद्या एकाग्र करो, क्योंकि तुसी अमृत वेले तो ही बाणी के जाप शब्द कीर्तन के रूप के विच श्रवण कर रहे हो, लेकिन असीस जरूर बख्शिश करो ताकि दास आप जी की पावन हजूरी विच गुरु साहिब जी के पावन वचनों की सांझ करने के योग हो जाए। सतगुरु कृपा करन आप संगत विच वरत के गुरु की बाणी अपना मेल भरिया हथ रख के बाणी की विचार जो है वो करवा लो। सो आओ विचारों की सांझ तो पहला गुरु साहिब जी के चरणों के अंदर शीश को झुकाइए, असीस बख्शिश करो। गज के आखो वाहिगुरु जी का खालसा वाहिगुरु जी की फतेह। सतगुरु धन धन श्री गुरु ग्रंथ साहिब जी महाराज जी ने कृपा की साडे जीवन का जिहड़ा मकसद है, जिस करके असी धर्म नूं धारण करते हाँ और धर्म नूं धारण करन तो बाद
ਸਾਡੇ ਹਿਰਦੇ ਦੇ ਅੰਦਰ ਜਿਹੜੀ ਵਿਚਾਰ ਹੁੰਦੀ ਹੈ ਉਹ ਇਹੀ ਹੈ ਕਿ ਸਾਡਾ ਮਿਲਾਪ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਨਾਲ ਹੋ ਜਾਵੇ ਤੇ ਅਸੀਂ ਇਸ ਜੰਮਣ ਮਰਨ ਦੇ ਗੇੜ ਦੇ ਵਿੱਚੋਂ ਨਿਕਲ ਕੇ ਤੇ ਪਰਮਾਤਮਾ ਦੇ ਵਿੱਚ ਸਮਾ ਜਾਈਏ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਜੇ ਉਸ ਅਕਾਲ ਪੁਰਖ ਪਰਮਾਤਮਾ ਜੀ ਨੂੰ ਮਿਲਣਾ ਹੈ, ਉਸ ਦੇ ਦਰਸ਼ਨਾਂ ਦੀ ਹਿਰਦੇ ਦੇ ਵਿੱਚ ਤਾਂ ਗਏ ਤੇ ਉਹਦੇ ਵਾਸਤੇ ਰਸਤਾ ਇੱਕੋ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਣ ਕਣ ਦੇ ਅੰਦਰ ਵਸਦਾ ਹੋਇਆ ਜਾਣੀਏ। ਸਤਿਗੁਰਾਂ ਦੀ ਪਾਵਨ ਬਾਣੀ ਦਾ ਉਪਦੇਸ਼ ਪੜ੍ਹਦੇ ਹਾਂ ਤੇ ਭਗਤ ਨਾਮਦੇਵ ਜੀ ਦੇ ਆਖੇ ਹੋਏ ਜਿਹੜੇ ਬੜੇ ਹੀ ਪਿਆਰੇ ਬਚਨ, ਭਗਤ ਨਾਮਦੇਵ ਜੀ ਨੂੰ ਜਦੋਂ ਅਸੀਂ ਆਪਣੇ ਹਿਰਦੇ ਦੇ ਅੰਦਰ ਗੁਰੂ ਕੀ ਬਾਣੀ ਦੀ ਵਿਚਾਰ ਕਰੀਏ ਨਾ, ਮੈਂ ਬੇਨਤੀ ਕਰਾਂਗਾ ਕਿ ਬਾਣੀ ਨੂੰ ਵਿਜ਼ੂਅਲਾਈਜ਼ ਕਰਕੇ ਦੇਖਣ ਦੀ ਕੋਸ਼ਿਸ਼ ਕਰੀਏ। ਸਾਡੇ ਅੰਦਰ ਇੱਕ ਤਸਵੀਰ ਚੱਲਣੀ ਚਾਹੀਦੀ ਹੈ, ਸਾਡੇ ਅੰਦਰ ਇੱਕ ਸਟੋਰੀ ਚੱਲਣੀ ਚਾਹੀਦੀ ਹੈ। ਜਦੋਂ ਅਸੀਂ ਬਾਣੀ ਦੇ ਅਰਥ ਕਰਦੇ ਹੋਈਏ, ਭਾਵੇਂ ਸੁਣਦੇ ਹੋਈਏ ਤੇ ਭਾਵੇਂ ਅਰਥ ਭਾਵ ਅਸੀਂ ਕਿਤਾਬ ਦੇ ਵਿੱਚੋਂ, ਸਟੀਕ ਦੇ ਵਿੱਚੋਂ ਜਾਂ ਗੁਰੂ ਦੀ ਬਾਣੀ ਨੂੰ ਵੀ ਪੜ੍ਹਦੇ ਹੋਈਏ, ਤੇ ਸਾਡੇ ਅੰਦਰ ਇੱਕ ਵੀਡੀਓ ਦੇ ਵਾਂਗ ਸਾਡੇ ਮਨ ਦੇ ਅੰਦਰ ਉਹ ਤਸਵੀਰ ਜਿਹੜੀ ਹੈ ਉਹ ਚੱਲਣੀ ਚਾਹੀਦੀ ਹੈ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਦੋਂ ਭਗਤ ਨਾਮਦੇਵ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਜੀ ਨੂੰ ਕਣ ਕਣ ਦੇ ਵਿੱਚ ਜਾਣਿਆ ਤੇ ਹੁਣ ਉਹਨਾਂ ਦੀ ਨਜ਼ਰ ਜਿੱਥੇ ਵੀ ਪੈਂਦੀ ਹੈ ਉਹ ਅਕਾਲ ਪੁਰਖ ਪਰਮਾਤਮਾ ਜੀ ਨੂੰ ਮਹਿਸੂਸ ਕਰਦੇ ਨੇ। ਮੈਂ ਬੇਨਤੀ ਕਰਾਂ, ਇਹ ਸੱਚ ਹੈ ਜਿਵੇਂ ਬਾਬਾ ਬੁੱਲੇ ਸ਼ਾਹ ਜੀ ਦੇ ਬਚਨ ਨੇ ਕਿ ਬੰਦਿਆ ਰੱਬ ਤੇਥੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੀ ਆਪਾਂ ਕਥਾ ਪੜ੍ਹਦੇ ਹਾਂ। ਉਹਨਾਂ ਦੇ ਜੀਵਨ ਦੀ ਵਿਚਾਰ ਸੁਣਦੇ ਹਾਂ। ਜਦੋਂ ਬਚਪਨ ਦੇ ਵਿੱਚ ਇੱਕ ਪੰਡਿਤ ਜੀ ਗੰਗਾ ਦੇ ਕਿਨਾਰੇ ਦੇ ਉੱਪਰ ਰੋਜ਼ਾਨਾ ਸਮਾਧੀ ਲਗਾ ਕੇ ਬੈਠਦੇ ਨੇ, ਅੱਖਾਂ ਬੰਦ ਕਰਕੇ ਉਹ ਭਗਤੀ ਦੇ ਵਿੱਚ ਲੀਨ ਹੁੰਦੇ ਨੇ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਬਾਲ ਗੋਬਿੰਦ ਰਾਏ ਔਰ ਉਹਨਾਂ ਦੇ ਛੋਟੇ ਛੋਟੇ ਸਾਥੀ ਬੱਚੇ ਜਦੋਂ ਇਸ ਤੱਟ ਦੇ ਉੱਪਰ ਖੇਡਣ ਵਾਸਤੇ ਪਹੁੰਚਦੇ ਨੇ, ਉੱਥੇ ਤਾਰੀਆਂ ਲਗਾਉਂਦੇ ਨੇ, ਗੰਗਾ ਦੇ ਪਾਣੀ ਦੇ ਵਿੱਚ ਚੁੱਭੀਆਂ ਲਗਾਉਂਦੇ ਨੇ ਤੇ ਰੌਲਾ ਪੈਂਦਾ ਹੈ। ਹੁਣ ਇਹ ਪੰਡਿਤ ਜਿਹੜਾ ਹੈ ਇਹ ਬੜਾ ਉਦਾਸ ਹੁੰਦਾ ਹੈ, ਬੱਚਿਆਂ ਦੇ ਪਿੱਛੇ ਦੌੜਦਾ ਹੈ, ਉਹਨਾਂ ਨੂੰ ਮਾਰਦਾ ਹੈ, ਉਹਨਾਂ ਨੂੰ ਮੰਦੇ ਬੋਲ ਬੋਲਦਾ ਹੈ ਵੀ ਮੈਂ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜਦਾ, ਕ੍ਰਿਸ਼ਨ ਜੀ ਦਾ ਮੈਂ ਭਗਤ ਹਾਂ ਤੇ ਮੈਂ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਹਿਰਦੇ ਦੇ ਵਿੱਚ ਆਪਣੀਆਂ ਅੱਖਾਂ ਬੰਦ ਕਰਕੇ ਸਮਾਧੀ ਦੇ ਵਿੱਚ ਲੀਨ ਹੁੰਦਾ। ਤੁਸੀਂ ਆਉਂਦੇ ਹੋ ਤੇ ਮੇਰੀ ਸਮਾਧੀ ਜਿਹੜੀ ਹੈ ਉਹਨੂੰ ਭੰਗ ਕਰ ਦਿੰਦੇ ਹੋ। ਲਿਖਣ ਵਾਲਿਆਂ ਨੇ ਤੇ ਇਹ ਵੀ ਲਿਖ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕ੍ਰਿਸ਼ਨ ਰੂਪ ਹੋ ਕੇ ਉਹਨਾਂ ਨੂੰ ਦਰਸ਼ਨ ਦਿੱਤੇ। ਪਰ ਮੈਂ ਬੇਨਤੀ ਕਰਾਂਗਾ, ਅਸਲੀਅਤ ਕੁਝ ਹੋਰ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ, ਚੇਤੇ ਰੱਖਿਓ, ਬਾਲ ਗੋਬਿੰਦ ਰਾਏ ਨੇ, ਅਸੀਂ ਸਤਿਕਾਰ ਦੇ ਨਾਲ ਉਹਨਾਂ ਦਾ ਜਿਹੜਾ ਨਾਮ ਹੈ ਉਹ ਪੂਰਾ ਹੀ ਲੈਣਾ ਹੈ। ਉਹਨਾਂ ਨੇ ਜਦੋਂ ਪੰਡਿਤ ਜੀ ਦੀ ਇੰਨੀ ਤੜਫ ਵੇਖੀ ਨਾ ਤੇ ਇਸ ਗੱਲ ਨੂੰ ਤਾਂ ਮਹਿਸੂਸ ਕੀਤਾ ਵੀ ਇਹਨਾਂ ਦੇ ਵਿੱਚ ਦਰਸ਼ਨਾਂ ਦੀ ਤਾਂਘ ਬਹੁਤ ਹੈ। ਦਰਸ਼ਨ ਇਹ ਲੋੜਦੇ ਨੇ, ਪਰ ਜਿਹੜਾ ਰਸਤਾ ਇਹਨਾਂ ਨੇ ਫੜਿਆ ਹੋਇਆ ਹੈ ਉਹ ਰਸਤਾ ਇਹਨਾਂ ਨੂੰ ਠੀਕ ਥਾਂ ਤੇ ਲੈ ਕੇ ਨਹੀਂ ਜਾ ਸਕਦਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਬਾਲ ਉਮਰ ਦੇ ਵਿੱਚ ਹੀ ਜਦੋਂ ਅਗਲੀ ਵਾਰ ਪੰਡਤ ਦੇ ਬੱਚਿਆਂ ਦੇ ਪਿੱਛੇ ਦੌੜੇ, ਛੋਟੇ ਛੋਟੇ ਬੱਚੇ ਸਨ, ਚੀਕਾਂ ਮਾਰਦੇ, ਕੋਈ ਹੱਸਦੇ, ਕੋਈ ਕੁਰਲਾਉਂਦੇ, ਉਹ ਉੱਥੋਂ ਦੌੜ ਗਏ, ਲੇਕਿਨ ਬਾਲ ਗੋਬਿੰਦ ਰਾਏ ਉੱਥੇ ਖੜੇ ਰਹੇ। ਉਹਨਾਂ ਨੇ ਆਖਿਆ, ਪੰਡਤ ਜੀ ਤੁਸੀਂ ਕਿਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ? ਉਹ ਆਖਦਾ, ਮੈਂ ਕ੍ਰਿਸ਼ਨ ਭਗਤ ਹਾਂ ਔਰ ਮੈਂ ਕ੍ਰਿਸ਼ਨ ਜੀ ਦੇ ਦਰਸ਼ਨ ਕਰਨਾ ਚਾਹੁੰਦਾ, ਲੇਕਿਨ ਤੁਸੀਂ ਮੇਰੀ ਭਗਤੀ ਦੇ ਵਿੱਚ ਵਿਘਨ ਪਾਉਂਦੇ ਹੋ। ਤੁਸੀਂ ਸ਼ੋਰ ਮਚਾ ਕੇ, ਤੁਸੀਂ ਇੱਥੇ ਆ ਕੇ ਮੇਰੀ ਭਗਤੀ ਜਿਹੜੀ ਹੈ ਉਹਨੂੰ ਭੰਗ ਕਰ ਦਿੰਦੇ ਹੋ। ਤੁਸੀਂ ਮੈਨੂੰ ਕ੍ਰਿਸ਼ਨ ਜੀ ਦੇ ਦਰਸ਼ਨ ਨਹੀਂ ਹੋਣ ਦਿੰਦੇ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਲ ਗੋਬਿੰਦ ਰਾਏ ਕਿਰਪਾ ਕਰਦੇ ਹਨ ਪੰਡਤ ਜੀ, ਜਿਸ ਕ੍ਰਿਸ਼ਨ ਜੀ ਦੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਉਹ ਕਿੱਥੇ ਰਹਿੰਦੇ ਨੇ? ਉਹਨਾਂ ਨੇ ਆਖਿਆ ਵੀ ਉਹ ਸਾਰੀ ਸ੍ਰਿਸ਼ਟੀ ਦੇ ਅੰਦਰ ਵਿਰਾਜਮਾਨ ਨੇ, ਅਦ੍ਰਿਸ਼ ਹੋ ਕੇ ਉਹ ਕਣ ਕਣ ਦੇ ਵਿੱਚ ਵਸੇ ਹੋਏ ਨੇ। ਮੈਂ ਉਹਨਾਂ ਦੇ ਦਰਸ਼ਨ ਜਿਹੜੇ ਨੇ ਉਹ ਪ੍ਰਤੱਖ ਰੂਪ ਦੇ ਵਿੱਚ ਕਰਨਾ ਚਾਹੁੰਦਾ ਹਾਂ। ਸਤਿਗੁਰੂ ਆਖਣ ਲੱਗੇ, ਤੁਸੀਂ ਕ੍ਰਿਸ਼ਨ ਜੀ ਦਾ ਇਤਿਹਾਸ ਪੜ੍ਹਿਆ, ਤੁਸੀਂ ਉਹਨਾਂ ਦੇ ਜੀਵਨ ਦੀਆਂ ਕਹਾਣੀਆਂ ਪੜ੍ਹੀਆਂ ਨੇ? ਉਹ ਆਖਦੇ ਨੇ ਵੀ ਪੜ੍ਹੀਆਂ ਨੇ। ਕਹਿੰਦੇ ਬਚਪਨ ਦੇ ਵਿੱਚ ਉਹ ਕੀ ਕਰਦੇ ਸਨ? ਕਹਿੰਦੇ ਬਚਪਨ ਦੇ ਵਿੱਚ ਬਾਲ ਉਮਰੇ ਕ੍ਰਿਸ਼ਨ ਜੀ ਜਿਹੜੇ ਹਨ ਉਹ ਬੜੀ ਤਰ੍ਹਾਂ ਦੇ ਚੋਜ ਕਰਦੇ ਸਨ। ਕੀ ਚੋਜ ਕਰਦੇ ਸਨ? ਪਾਣੀ ਭਰ ਕੇ ਜਦੋਂ ਪਿੰਡ ਦੀਆਂ ਇਸਤਰੀਆਂ, ਉਸ ਨਗਰ ਦੀਆਂ ਬੀਬੀਆਂ ਘੜੇ ਲੈ ਕੇ ਜਦੋਂ ਜਾਂਦੀਆਂ ਤੇ ਛੋਟੀ ਛੋਟੀ ਬਾਲ ਉਮਰੇ ਆਪਣੇ ਸਾਥੀਆਂ ਦੇ ਨਾਲ ਗੁਲੇਲ ਦੇ ਨਾਲ ਨਿਸ਼ਾਨੇ ਮਾਰ ਕੇ ਉਹਨਾਂ ਦੇ ਘੜੇ ਨੂੰ ਤੋੜ ਦਿਆ ਕਰਦੇ ਸਨ। ਸ਼੍ਰੀ ਕ੍ਰਿਸ਼ਨ ਜੀ ਜਦੋਂ ਬਾਲ ਉਮਰੇ ਸਨ ਤੇ ਉਹ ਬੱਚਿਆਂ ਵਰਗੀਆਂ ਖੇਡਾਂ ਖੇਡਦੇ ਸਨ ਤੇ ਬਾਲ ਗੋਬਿੰਦ ਰਾਏ ਕਹਿਣ ਲੱਗੇ ਕਿ ਤੁਹਾਨੂੰ ਅੱਜ ਇਹਨਾਂ ਬੱਚਿਆਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨਜ਼ਰ ਨਹੀਂ ਆਉਂਦੇ? ਇਹ ਬੱਚੇ ਕੀ ਕਰਦੇ ਨੇ? ਇਹ ਬੱਚੇ ਵੀ ਤਾਂ ਉਹਨਾਂ ਦੇ ਵਾਂਗ ਆਪਣੇ ਬਾਲ ਉਮਰ ਦੀਆਂ ਖੇਡਾਂ ਹੀ ਖੇਡਦੇ ਨੇ। ਇਹ ਬੱਚੇ ਆ ਕੇ ਇੱਥੇ ਸ਼ੋਰ ਨਹੀਂ ਮਚਾਉਂਦੇ, ਸਗੋਂ ਇਹ ਬੱਚੇ ਇੱਥੇ ਆ ਕੇ ਤੁਹਾਨੂੰ ਆਵਾਜ਼ਾਂ ਮਾਰ ਕੇ ਇਹ ਆਖਦੇ ਨੇ ਵੀ ਪੰਡਤ ਜੀ, ਜੇ ਤੁਸੀਂ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਅੱਖਾਂ ਬੰਦ ਨਾ ਕਰੋ, ਸਗੋਂ ਆਪਣੀਆਂ ਇਹ ਬਾਹਰ ਦੀਆਂ ਅੱਖਾਂ ਵੀ ਖੋਲੋ ਤੇ ਅੰਦਰ ਦੀਆਂ ਅੱਖਾਂ ਵੀ ਖੋਲੋ। ਕ੍ਰਿਸ਼ਨ ਜੀ ਤਾਂ ਤੁਹਾਡੇ ਆਸ-ਪਾਸ ਪ੍ਰਤੱਖ ਰੂਪ ਦੇ ਅੰਦਰ ਵਿਚਰਦੇ ਪਏ ਨੇ, ਬੱਚਿਆਂ ਦੇ ਰੂਪ ਦੇ ਵਿੱਚ, ਬਜ਼ੁਰਗਾਂ ਦੇ ਰੂਪ ਦੇ ਵਿੱਚ। ਇਸ ਤੱਟ ਦੇ ਉੱਪਰ ਆਉਣ ਵਾਲਾ ਹਰ ਰਾਹੀ ਜਿਹੜਾ ਹੈ ਉਹਨਾਂ ਦਾ ਰੂਪ ਹੈ, ਕਿਉਂਕਿ ਪਰਮਾਤਮਾ ਦਾ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ। ਉਹਨਾਂ ਨੇ ਬਾਲ ਉਮਰੇ ਹੀ ਪੰਡਤ ਜੀ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਵਾ ਦਿੱਤੇ। ਜਿਹੜੇ ਬਚਨ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਨਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਅਨ ਦਿਨ ਨੀਂਦ, ਖੋਲ ਕਪਟ ਗੁਰ ਵੇਲੀਆ, ਨਾਨਕ ਹਰ ਸੰਗ ਮੀਤ। ਉਹ ਕੋਈ ਐਸਾ ਗੁਪਤ ਦਰਵਾਜ਼ਾ ਨਹੀਂ ਬਣਿਆ ਹੋਇਆ। ਜਦੋਂ ਅਰਥ ਕਰਾਂਗੇ ਤੇ ਅਰਥ ਤਾਂ ਇਹੀ ਬਣਦੇ ਨੇ ਵੀ ਕਪਾਟ ਖੁੱਲੇ ਤੇ ਪ੍ਰਮਾਤਮਾ ਜੀ ਦੇ ਦਰਸ਼ਨ ਹੋ ਗਏ। ਉਹ ਕਪਾਟ ਸਾਡੇ ਮਨ ਦੇ ਕਪਾਟ ਨੇ। ਸਤਿਗੁਰੂ ਆਖਦੇ ਨੇ, ਜਦੋਂ ਤੇਰੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਪੈਦਾ ਹੋ ਗਈ ਕਿ ਪ੍ਰਮਾਤਮਾ ਦਾ ਕਣ ਕਣ ਦੇ ਵਿੱਚ ਵਸਦਾ ਹੈ, ਤੈਨੂੰ ਦਰਸ਼ਨਾਂ ਦੀ ਪਿਆਸ ਹੈ, ਤੂੰ ਧਾਰਮਿਕ ਦੁਨੀਆ ਦੇ ਵਿੱਚ ਪ੍ਰਵੇਸ਼ ਕਰਕੇ ਆਇਆ ਹੈ, ਤੂੰ ਗੁਰੂ ਦੇ ਲੜ ਲੱਗਿਆ ਹੈ। ਜਿਸ ਸਮਾਜ ਦੀਆਂ, ਸੰਸਾਰ ਦੀਆਂ ਇਹ ਲੁਭਾਵਣੀਆਂ ਚੀਜ਼ਾਂ ਤੋਂ ਤੇਰਾ ਮਨ ਉੱਪਰ ਉੱਠਿਆ ਹੋਵੇ ਤੇ ਜੇ ਤੇਰੇ ਅੰਦਰ ਦਰਸ਼ਨਾਂ ਦੀ ਤਾਂਘ ਪੈਦਾ ਹੋਈ ਹੈ ਤੇ ਫਿਰ ਗੁਰੂ ਦੀ ਬਾਣੀ ਨੂੰ ਬੜੇ ਧਿਆਨ ਦੇ ਨਾਲ ਪੜ੍ਹ, ਕਿਉਂਕਿ ਗੁਰੂ ਦੀ ਬਾਣੀ ਇੱਕ ਐਸਾ ਦਰਵਾਜ਼ਾ ਹੈ, ਜਦੋਂ ਤੂੰ ਇਸ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਕਰੇਗਾ ਤੇ ਅਕਾਲ ਪੁਰਖ ਪਰਮਾਤਮਾ ਜੀ ਦਾ ਦਰਸ਼ਨ ਤੈਨੂੰ ਪ੍ਰਤੱਖ ਨਜ਼ਰ ਆਵੇਗਾ। ਪਰ ਜਿਹੜੀ ਸੁਰਤ ਹੈ ਉਹ ਕੈਸੀ ਰੱਖਣੀ ਪਵੇਗੀ? ਭਗਤ ਨਾਮਦੇਵ ਜੀ ਦੇ ਵਰਗੀ। ਮੈਨੂੰ ਉਹਨਾਂ ਦੇ ਬੜੇ ਪਿਆਰੇ ਵਚਨ ਚੇਤੇ ਆ ਰਹੇ ਨੇ। ਭਗਤ ਨਾਮਦੇਵ ਜੀ ਆਖਦੇ ਨੇ, ਜਦੋਂ ਉਹਨਾਂ ਨੇ ਇੱਕ ਮੱਛੀ ਨੂੰ ਵੇਖਿਆ ਤੇ ਮੱਛੀ ਨੂੰ ਵੇਖ ਕੇ ਭਗਤ ਨਾਮਦੇਵ ਜੀ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਵੀ ਜਿਵੇਂ ਮੈਂ ਇਹ ਮੱਛੀ ਹੋਵਾਂ ਤੇ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਸਾਰੇ ਪਾਸੇ ਬਹੁਤ ਸਾਰੇ ਰੂਪਾਂ ਦੇ ਵਿੱਚ ਮੇਰੇ ਆਸ-ਪਾਸ ਪਸਰਿਆ ਹੋਵੇ। ਕਿਵੇਂ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਜੀ ਦੀ ਉਸਤਤ ਕੀਤੀ? ਤੂੰ ਦਰਿਆਓ ਦਾਨਾ ਬਿਨਾ, ਮੈਂ ਮਛਲੀ ਕੈਸੇ ਅੰਤ ਲਾਵਾਂ। ਪਰਮਾਤਮਾ ਜੀਓ, ਤੁਸੀਂ ਤਾਂ ਇਹ ਸਰੋਵਰ ਹੋ, ਇਹ ਦਰਿਆ ਹੋ, ਇਹ ਸਮੁੰਦਰ ਜਿਹੜਾ ਹੈ ਇਹ ਤੁਹਾਡਾ ਹੀ ਰੂਪ ਹੈ। ਤੂੰ ਦਰਿਆਓ ਦਾਨਾ ਬਿਨਾ, ਮੈਂ ਮਛਲੀ ਕੈਸੇ ਅੰਤ ਲਾਵਾਂ। ਮੈਂ ਤਾਂ ਮੱਛੀ ਦੇ ਵਰਗਾ, ਮੈਂ ਤਾਂ, ਮੇਰੀ ਕੋਈ ਪਾਇਆ ਨਹੀਂ ਹੈ ਕਿ ਮੈਂ ਤੁਹਾਡਾ ਅੰਤ ਪਾ ਸਕਾਂ। ਬਸ ਇਹ ਜਿਹੜੀ ਦਾਤ ਤੁਸੀਂ ਬਖਸ਼ਿਸ਼ ਕੀਤੀ ਨਾ ਮੈਨੂੰ, ਕਿ ਮੈਂ ਕਣ ਕਣ ਦੇ ਵਿੱਚ ਤੁਹਾਡੇ ਦਰਸ਼ਨ ਕਰ ਸਕਦਾ। ਤੁਸੀਂ ਕਿੱਥੇ ਕਿੱਥੇ ਵਸੇ ਹੋ, ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੇ ਸੰਭਾਲੀ।
मेरे जीवन के विच कोई तकलीफ आउंदी है तो मैं तुहानू चेते करदा, मैनू तुहाडी याद आउंदी है। ना जाना मेओ ना जाना जानी, जा तुम लगे तां तुझे संभाली। तू भरपूर, तू तो भरपूर है। भरपूर का भाव की है? बहुत ज़्यादा मात्रा दे विच, भाव जिथे मेरे खड़े होने की जगह नहीं है। जे मैं खड़ा होना चाहां तो मैनू तेरे नाल कह के खड़ा होना पैना है। मैं तेरे तो दूर नहीं हो सकता। कई होंदा ना भी बहुत सारी भीड़ है, हुण मेरे खड़े होने वास्ते जगह नहीं है। जे मैं खड़ा होना है तो बाकी भीड़ के नाल किसी नाल मेरा मोढा लगेगा, किसी नाल मेरा हाथ लगेगा, किसी के नाल मेरे शरीर का कोई अंग लगेगा। ये भरपूर मात्रा दे विच भीड़ है और तू मेरे आस पास उस तरह ही पसरिया होया है जिवें हवा पसरी हुई है। मैं तेरे तो वक्त नहीं हो सकता। तू भरपूर, ये मेरी कमी हो सकती है। गुरु गोबिंद सिंह साहब जी महाराज कहते पंडित जी ये तुम्हारी कमी है, तुहानू को दिखाई नहीं दिंदे, वो तो सारे पासे ने। तू भरपूर जानिया मैं दूर, जो कुछ करी सो तेरे हदूर। तुसी तो आस पास हो, तुसी तो मेरे अंग संग वसते हो। मेरी भुल है कि मैं तुहानू दूर जानता। और जदों तो तुसी सोची बख्शिश की है, हुण इस तरह लगता है कि जो भी मैं करता हाँ वो तुहाडे हाज़र नाज़र तुहाडियां नज़रां दे सामने करदा, मैं तुहाडे तो छुप नहीं सकता। परमात्मा जी का ये रूप है। और मैं बेनती करांगा, सानू गुरु साहब जी ने जिहड़ा संगत का सिद्धांत बख्शिश किया ना, उसका मकसद यही है कि तू हर जीव के विच परमात्मा को वेख सके। कई बार मैं बेनती करता हूँ कि साडे जीवन के विच कुछ गल्लां जिहड़ियां ने वो बड़ियां उपयोगी होंदियां ने। जे असी जिवें असी उहनूं ज़ुबानी तौर पर मनदे आ ना, जे सचमुच असी अंदरूनी तौर पर उन्होंने मन लईए तो असी सुते सिद्ध ही, कई बार सानूं ना भी पता होवे, असी सुते सिद्ध ही गुरु का उपदेश जिहड़ा है वो मन लिया होंदा है। गुरु साहब जी ने साडे उपर किरपा की। मैं कई बार देखता कि इहनूं इस नज़रिए को कई बार मजाक का विषय भी बना दिता जाता है और केवल साढ़े आम गुर अस्थाना के उपर नहीं। मैनूं चेता कि हजूर साहब जी की धरती के उपर भी जदों मैं एक गुरसिख को लंगर वरताउंदे होए वेखिया, अनभोलता के अंदर, भावें वो अंदरों ना ही मनदा होवे, अनभोलता के अंदर ही वो दाल प्रशादा वरताउंदा है। दाल वाहिगुरू जी, प्रशादा वाहिगुरू, सलाद वाहिगुरू। वो शब्द जिहड़ा है वो हर गल तो बाद वाहिगुरू शब्द वरतदा है। उत्थे एक मेरे वर्गा कोई पखंडी पढ़िया लिखिया सी, उन्हें आके आख्या लै प्रशादा वाहिगुरू की हुंदा, दाल वाहिगुरू की हुंदा, दाल भी वाहिगुरू होगी, प्रशादा भी वाहिगुरू। नहीं, तू वाहिगुरू नहीं आखना, दाल लाओ जी, प्रशादा लाओ जी। भाव उन्होंने टोक दिता। उसने अपना ज्ञान दृढ़ाउण की कोशिश की भी मैं तेरे नालों ज़्यादा समझदार हाँ, दाल प्रशादा वाहिगुरू नहीं है, तू गलत तरीके नाल बोल रहा है। पर मैं बेनती करांगा सज्जणा, एक गल चेते रखी, दाल प्रशादा वरताउंदियां जो नज़रिया गुरु साहब जी ने सानूं बख्शिश किया, गुरसिख ने सेवा करनी है अकाल पुरख परमात्मा की। किस की सेवा करनी है? परमात्मा की सेवा करनी है। लेकिन अकाल पुरख परमात्मा की जदों असी सेवा करनी है तो उन्होंने वेखना कित्थे है? हवा के विच थोड़ा यज्ञ करने ने, असी पखंड थोड़ा करने ने संसार के विच। असी अकाल पुरख परमात्मा जी को वेखना है जीवां दे अंदर। तुहानू भी कोई आखेगा जब तुम दाल प्रशादा वरताओगे भी दाल वाहिगुरू क्यों आख्या, तुसीं प्रशादा वाहिगुरू क्यों आख्या, सलाद वाहिगुरू क्यों आख्या ना, उन्होंने आखो मैं आख्या है। और मेरे आखण के पिछे ये भावना है, ये बच्चों को बड़े ध्यान के नाल सुन के जाना, क्योंकि जवाब देना पैदा है। जे असीं जवाब नहीं ना देंदे तो सामने वाला ये समझ के चला जाता भी ये मूर्खी है। जवाब देना पैना है, उन्होंने आखना पैना सज्जणा, जदों मैं प्रशादा वरताउंदा ना ते सामने बैठा होया गुरु की पंगत दे विच जिहड़ा इंसान है, मैं उन्होंने इंसान करके नहीं जानता, मैं उन्होंने मनुख करके नहीं जानता। क्योंकि जे मैं मनुख वेखांगा तो कोई उत्थे मेरा भरा बैठा हो सकता है, दूजे पासे कोई मेरा दुश्मन संसारिक रूप के विच हुंदा है ना, किसी नाल तकरारबाजी होंदी है,
ਕਿਸੇ ਨੂੰ ਮੈਂ ਸੱਜਣ ਕਰਕੇ ਜਾਣਾਗਾ, ਕਿਸੇ ਨੂੰ ਮੈਂ ਦੁਸ਼ਮਣ ਕਰਕੇ ਜਾਣਾਗਾ, ਪਰ ਜਦੋਂ ਮੈਂ ਅਕਾਲ ਪੁਰਖ ਪਰਮਾਤਮਾ ਜੀ ਦੇ ਹੁਕਮ ਦੇ ਅਨੁਸਾਰ ਉਹਦੇ ਭਾਣੇ ਦੇ ਵਿੱਚ ਵਰਤਦਿਆਂ ਹੋਇਆਂ ਜਦੋਂ ਮੈਂ ਅਕਾਲ ਪੁਰਖ ਪਰਮਾਤਮਾ ਜੀ ਦੀ ਸੇਵਾ ਕਰਾਂਗਾ ਨਾ, ਤੇ ਪੰਗਤ ਦੇ ਵਿੱਚ ਬੈਠਾ ਹੋਇਆ ਹਰ ਮਨੁੱਖ ਮੈਨੂੰ ਉਸ ਅਕਾਲ ਪੁਰਖ ਪਰਮਾਤਮਾ ਜੀ ਦਾ ਰੂਪ ਲੱਗੇਗਾ। ਮੈਂ ਪ੍ਰਸ਼ਾਦਾ ਵਰਤਾ ਰਿਹਾ, ਮੈਂ ਕਿਸੇ ਮਨੁੱਖ ਨੂੰ ਪ੍ਰਸ਼ਾਦਾ ਨਹੀਂ ਦੇ ਰਿਹਾ, ਮੈਂ ਪ੍ਰਸ਼ਾਦਾ ਦੇ ਰਿਹਾ ਅਕਾਲ ਪੁਰਖ ਪਰਮਾਤਮਾ ਜੀ ਨੂੰ, ਜਿਸ ਦਾ ਨਾਮ ਮੈਂ ਆਪਣੇ ਕਰਮਾਂ ਦੇ ਵਿੱਚੋਂ, ਜਿਸ ਦਾ ਨਾਮ ਮੈਂ ਆਪਣੇ ਨਜ਼ਰੀਏ ਦੇ ਨਾਲ ਵਾਹਿਗੁਰੂ ਰੱਖ ਲਿਆ। ਜਦੋਂ ਮੈਂ ਪ੍ਰਸ਼ਾਦਾ ਦੇਣਾ ਤੇ ਮੈਂ ਤਾਂ ਸੱਚਮੁੱਚ ਵਾਹਿਗੁਰੂ ਨੂੰ ਹੀ ਪ੍ਰਸ਼ਾਦਾ ਦੇਣਾ, ਮੈਂ ਕਿਸੇ ਮਨੁੱਖ ਨੂੰ ਪ੍ਰਸ਼ਾਦਾ ਨਹੀਂ ਦਿੰਦਾ। ਸੰਗਤ ਦੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ, ਉਹ ਵਸਦਾ ਹੈ ਨਾ ਸੰਗਤ ਦੇ ਵਿੱਚ, ਤੇ ਮੈਂ ਕਿਸੇ ਮਨੁੱਖ ਦੀ ਸੇਵਾ ਨਹੀਂ ਕਰ ਰਿਹਾ, ਮੈਂ ਸੇਵਾ ਕਰ ਰਿਹਾ ਉਸ ਅਕਾਲ ਪੁਰਖ ਪਰਮਾਤਮਾ ਜੀ ਦੀ। ਨਾ ਮੈਂ ਪ੍ਰਸ਼ਾਦੇ ਨੂੰ ਵਾਹਿਗੁਰੂ ਆਖ ਰਿਹਾ, ਮੈਂ ਤਾਂ ਜਿਸ ਦੇ ਅੱਗੇ ਪ੍ਰਸ਼ਾਦਾ ਪਰੋਸਣਾ ਹੈ ਉਸ ਨੂੰ ਵਾਹਿਗੁਰੂ ਸ਼ਬਦ ਦੇ ਨਾਲ ਸੰਬੋਧਨ ਕਰਦਾ। ਪ੍ਰਸ਼ਾਦਾ ਲਓ ਵਾਹਿਗੁਰੂ ਜੀ, ਦਾਲ ਵਾਹਿਗੁਰੂ ਜੀ, ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਵਾਹਿਗੁਰੂ ਦੱਸੋ, ਮੈਂ ਤੁਹਾਡੇ ਵਾਸਤੇ ਜਲ ਲੈ ਕੇ ਆਵਾਂ। ਮੈਂ ਕਿਸ ਦੀ ਸੇਵਾ ਕਰ ਰਿਹਾ? ਮੈਂ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਕਰ ਰਿਹਾ। ਇਸ ਕਰਕੇ ਜਿਸ ਨੂੰ ਵੀ ਮੈਂ ਜੋ ਵਰਤਾਉਂਦਾ, ਮੈਂ ਉਸ ਨੂੰ ਵਾਹਿਗੁਰੂ ਕਰਕੇ ਸੰਬੋਧਨ ਕਰਦਾ। ਇਹ ਗੱਲਾਂ ਜਿਹੜੀਆਂ ਨੇ ਇਹ ਧਿਆਨ ਵਿੱਚ ਰੱਖਣੀਆਂ ਪੈਣੀਆਂ। ਅਸੀਂ ਇਹਨਾਂ ਨੂੰ ਮਜ਼ਾਕ ਦਾ ਰੂਪ ਬਣਾ ਕੇ ਪੇਸ਼ ਕਰ ਦਿੱਤਾ, ਔਰ ਉੱਥੇ 4-5 ਹੋਰ ਹੁੰਦੇ ਨੇ, ਥੋੜ੍ਹਾ ਜਿਹਾ ਗੱਲ ਹੋਈ ਪਿੱਛੋਂ ਹੱਸ ਪਏ ਤੇ ਬੰਦਾ ਜਿਹੜਾ ਹੈ ਉਹ ਥੋੜ੍ਹਾ ਜਿਹਾ ਨੀਮੋ ਝੋਣਾ ਜਿਹਾ ਹੋ ਜਾਂਦਾ ਹੈ ਕਿ ਸ਼ਾਇਦ ਮੇਰੇ ਕੋਲ ਪਤਾ ਨਹੀਂ ਕਿੰਨੀ ਵੱਡੀ ਗਲਤੀ ਹੋ ਗਈ। ਨਹੀਂ, ਨਜ਼ਰੀਆ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪ੍ਰਾਪਤ ਕਰਨਾ ਪੈਣਾ ਹੈ। ਜਿੱਥੇ ਵੀ ਮੈਂ ਵੇਖਦਾ ਮੈਨੂੰ ਤੇਰਾ ਹੀ ਰੂਪ ਦਿਖਾਈ ਦਿੰਦਾ ਹੈ। ਮੈਂ ਤਾਂ ਬੜਾ ਹੈਰਾਨ ਹੁੰਦਾ ਜਦੋਂ ਭਗਤ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਆ ਨਾ, ਤੇ ਉਹਨਾਂ ਦੇ ਬੜੇ ਪਿਆਰੇ ਬਚਨ, ਤੁਸੀਂ ਇਹ ਮੈਨੂੰ ਕਈ ਵਾਰ ਜ਼ਰੂਰਤ ਜਾਪਦੀ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇੰਨੀਆਂ ਕੁ ਪਿੱਛੇ ਚਲੀਆਂ ਗਈਆਂ ਕਿ ਉਹਨਾਂ ਦੀ ਗੱਲਬਾਤ ਕਰਨ ਵੇਲੇ ਮੈਨੂੰ ਇਹ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਘੱਟੋ ਘੱਟ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਜ਼ਰੂਰ ਸਾਹਮਣੇ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਗੱਲ ਜਿਹੜੀ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਸਕੀਏ। ਪੁਰਾਤਨ ਖੂਹ ਚੱਲਦੇ ਸਨ ਜਿਨ੍ਹਾਂ ਨੂੰ ਅਸੀਂ ਹਲਟ ਵਾਲੇ ਖੂਹ ਆਖਦੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 6 ਹਲਟਾਂ ਵਾਲਾ ਖੂਹ ਲਗਵਾਇਆ ਤੇ ਉਸ ਨਗਰ ਦਾ ਨਾਮ ਸ਼ਿਵਹਲਟਾ ਸਾਹਿਬ ਪਿਆ, ਕਿਉਂਕਿ ਉੱਥੇ 6 ਹਲਟਾਂ ਵਾਲਾ ਖੂਹ ਗੁਰੂ ਸਾਹਿਬ ਜੀ ਨੇ ਲਗਵਾਇਆ। ਉਹ ਹਲਟ ਵਾਲੇ ਖੂਹ ਬਲਦਾਂ ਦੇ ਨਾਲ ਗੇੜੇ ਜਾਂਦੇ ਸਨ। ਬਲਦ ਜਿਹੜੇ ਨੇ ਉਹ ਉਹਦੇ ਆਲੇ ਦੁਆਲੇ ਘੁੰਮਦੇ ਨੇ, ਹਲਟ ਦੇ ਆਲੇ ਦੁਆਲੇ, ਤੇ ਖੂਹ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਬਾਹਰ ਆਉਂਦਾ ਹੈ। ਜਦੋਂ ਪਾਣੀ ਬਾਹਰ ਆਉਂਦਾ ਹੈ ਤੇ ਹੁਣ ਉਹ ਚੱਕਰ ਜਿਹੜਾ ਹੈ ਉਹ ਸਿੱਧੇ ਪਾਸੇ ਘੁੰਮ ਰਿਹਾ ਹੈ। ਕਿਤੇ ਬਲਦ ਰੁਕਣ ਤੇ ਉਹ ਜਿਹੜਾ ਚੱਕਰ ਹੈ ਉਹ ਪਿੱਛੇ ਦੁਬਾਰਾ ਵਾਪਸ ਨਾ ਘੁੰਮੇ, ਇਸ ਦਾ ਖਿਆਲ ਰੱਖਦਿਆਂ ਹੋਇਆਂ ਅਸੀਂ ਅੱਜ ਜਦੋਂ ਅਸੀਂ ਮਕੈਨੀਕਲ ਭਾਸ਼ਾ ਦੇ ਵਿੱਚ ਸ਼ਬਦ ਵਰਤਦੇ ਹਾਂ, ਸਟਾਪਰ ਲੱਗਿਆ ਹੁੰਦਾ ਸੀ ਉਹਦੇ ਅੰਦਰ, ਜਿਹੜਾ ਉਸ ਨੂੰ ਪਿੱਛੇ ਨਹੀਂ ਸੀ ਘੁੰਮਣ ਦਿੰਦਾ। ਹੁਣ ਤਾਂ ਟੈਕਨੋਲੋਜੀ ਵੱਧ ਗਈ ਹੈ, ਸਟਾਪਰ ਵੀ ਜਿਹੜੇ ਨੇ ਉਸੇ ਤਰੀਕੇ ਦੇ ਮਸ਼ੀਨਾਂ ਦੇ ਵਿੱਚ ਫਿੱਟ ਹੋ ਗਏ। ਉਸ ਵੇਲੇ ਜਿਹੜਾ ਉਹ ਸਟਾਪਰ ਹੈ ਨਾ, ਜਦੋਂ ਤੱਕ ਉਹ ਵਾਪਸ ਅਟਕਦਾ ਨਹੀਂ ਸੀ, ਜਦੋਂ ਤੱਕ ਉਹ ਚੱਲ ਰਿਹਾ ਹੈ, ਤੇ ਉਸ ਦੀਆਂ ਗਰਾਰੀਆਂ ਦੇ ਉੱਪਰ ਵੱਜਦਾ ਤੇ ਇੱਕ ਟਿਕ ਟਿਕ ਦੀ ਆਵਾਜ਼ ਕਰਦਾ ਸੀ। ਜਦੋਂ ਉਹ ਆਵਾਜ਼ ਮੇਰੇ ਵਰਗਾ ਮਨਮੁਖ ਇਨਸਾਨ ਸੁਣੇ ਤੇ ਉਹਨੂੰ ਲੱਗਦਾ ਕਿ ਇਹ ਰੌਲਾ ਪੈ ਰਿਹਾ ਹੈ, ਇਹ ਟਿਕ ਟਿਕ ਦੀ ਆਵਾਜ਼ ਆ ਰਹੀ ਹੈ, ਤੇ ਕਈ ਜਿਹੜੇ ਨੇ ਉਹਨੂੰ ਪਿੱਛੇ ਵੀ ਹਟਾ ਦਿਆ ਕਰਦੇ ਸਨ ਵੀ ਜਦੋਂ ਲੋੜ ਹੋਵੇਗੀ ਉਦੋਂ ਅੱਗੇ ਕਰ ਦੇਣਾ। ਲੇਕਿਨ ਜਦੋਂ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਤੇ ਉਹਨਾਂ ਨੇ ਉਸ ਟਿਕ ਟਿਕ ਦੀ ਆਵਾਜ਼ ਨੂੰ, ਜਿਹੜਾ ਸਾਨੂੰ ਰੌਲਾ ਲੱਗਦਾ ਹੈ ਨਾ, ਮੈਂ ਬੇਨਤੀ ਕਰ ਰਿਹਾ, ਨਜ਼ਰੀਆ ਜਿਹੜਾ ਹੈ ਪਰਮਾਤਮਾ ਸਾਡੇ ਆਸ-ਪਾਸ, ਤੂੰ ਭਰਪੂਰ ਜਾਣਿਆ ਮੈਂ ਦੂਰ, ਤੂੰ ਤਾਂ ਆਸ-ਪਾਸ ਹੀ ਹੈ। ਜਦੋਂ ਉਹ ਉਸ ਹਲਟ ਨੂੰ ਚੱਲਦਾ ਹੋਇਆ ਵੇਖਦੇ ਨੇ, ਉਹ ਟਿਕ ਟਿਕ ਦੀ ਆਵਾਜ਼ ਨੂੰ ਸੁਣਦੇ ਨੇ, ਤੇ ਭਗਤ ਸਾਹਿਬਾਨ ਕੀ ਆਖਦੇ, ਹਰ ਹਟ ਪੀ ਤੂੰ ਕਰੈ ਬੋਲੇ ਭਲੀ ਬਾਣ। ਕਹਿੰਦੇ ਜਿਹੜਾ ਆਹ ਹਲਟ ਚੱਲਦਾ ਪਿਆ, ਜਿਹੜਾ ਇਹ ਖੂਹ ਚੱਲਦਾ ਪਿਆ, ਪਰਮਾਤਮਾ ਜੀ ਉਹ ਵੇਖੋ, ਇਹਦੇ ਵਿੱਚੋਂ ਵੀ ਤੂੰ ਦੀ ਆਵਾਜ਼ ਆਉਂਦੀ ਹੈ, ਇਹਦੇ ਵਿੱਚੋਂ ਵੀ ਤੁਹਾਡੇ ਸਿਮਰਨ ਦੀ ਆਵਾਜ਼ ਆਉਂਦੀ ਹੈ। ਔਰ ਮੈਂ ਬੇਨਤੀ ਕਰਾਂਗਾ, ਜੇ ਤੁਹਾਡੇ ਅੰਦਰ ਵਾਹਿਗੁਰੂ ਵਸਿਆ ਹੈ
ਤੇ ਸ਼ੋਰ ਸ਼ਰਾਬੇ ਦੇ ਵਿੱਚੋਂ ਵੀ ਤੁਹਾਨੂੰ ਵਾਹਿਗੁਰੂ ਦੀ ਧੁਨ ਸਮਝ ਆਵੇਗੀ, ਵਾਹਿਗੁਰੂ ਦੀ ਆਵਾਜ਼ ਸਮਝ ਆਵੇਗੀ। ਤੇ ਜੇ ਸਾਡੇ ਅੰਦਰ ਸ਼ੋਰ ਸ਼ਰਾਬਾ ਹੀ ਵਸਿਆ ਹੈ, ਜੇ ਸਾਡੇ ਅੰਦਰ ਸੰਸਾਰ ਦਾ ਕੂੜ ਕਬਾੜ ਹੀ ਵਸਿਆ ਹੈ, ਤੇ ਸਰੰਗੀਆਂ ਦੇ ਨਗਮੇ ਵੀ ਜਿਹੜੇ ਨੇ ਉਹ ਸਾਨੂੰ ਸ਼ੋਰ ਪ੍ਰਤੀਤ ਹੋਣਗੇ, ਕੀਰਤਨ ਦੀਆਂ ਆਵਾਜ਼ਾਂ ਵੀ ਜਿਹੜੀਆਂ ਨੇ ਉਹ ਸਾਨੂੰ ਸ਼ੋਰ ਪ੍ਰਤੀਤ ਹੋਣਗੀਆਂ। ਜਦੋਂ ਅਸੀਂ ਮਨਮੁਖ ਹੋਵਾਂਗੇ, ਜਦੋਂ ਸਾਡਾ ਮਨ ਗੁਰੂ ਕੀ ਬਾਣੀ ਨਾਲ ਜੁੜਿਆ ਹੋਵੇਗਾ ਨਾ, ਤੇ ਫਿਰ ਉਸ ਵੇਲੇ ਇਸ ਚੱਲਦੇ ਹੋਏ ਖੂਹ ਦੀ ਟਿਕ ਟਿਕ ਦੇ ਵਿੱਚੋਂ ਵੀ ਸਾਨੂੰ ਤੂੰ ਦੀ ਧੁਨੀ ਸੁਣਾਈ ਦੇਵੇਗੀ। ਕੀ ਆਖਦੇ, ਹਰ ਹਟ ਪੀ ਤੂੰ ਕਰੈ ਬੋਲੇ ਹੈ ਭਲੀ ਬਾਣ। ਕਹਿੰਦੇ ਦੇਖੋ ਕਿੰਨਾ ਵਧੀਆ ਬੋਲਦਾ ਹੈ ਪਰਮਾਤਮਾ ਜੀ, ਤੁਹਾਡਾ ਸਿਮਰਨ ਕਰਦਾ ਹੋਇਆ ਤੂੰ ਦੀ ਧੁਨੀ ਲਗਾ ਕੇ ਬੈਠਾ ਹੈ। ਪਰ ਮੈਂ ਇਹਨੂੰ ਆਖਦਾ ਕਿ ਸਾਹਿਬ ਸਦਾ ਹਦੂਰ ਹੈ, ਕਿਆ ਉੱਚੀ ਕਰੇ ਪੁਕਾਰ। ਤੂੰ ਹੌਲੀ ਨਹੀਂ ਬੋਲ ਸਕਦਾ ਹੈ, ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਦਾ ਤੇਰੇ ਹਜ਼ੂਰ ਹੈ, ਤੇਰੇ ਆਸ-ਪਾਸ ਹੈ। ਕਿਉਂ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਆਪਣਾ ਵਕਤ, ਆਪਣੀ એનર્ਜੀ ਜਾਇਆ ਕਰਦਾ ਹੈ? ਤੂੰ ਹੌਲੀ ਵੀ ਬੋਲੇਗਾ ਤੇ ਉਹ ਪਰਮਾਤਮਾ ਤੈਨੂੰ ਸੁਣਦਾ ਹੈ। ਹੌਲੀ ਬੋਲੇਗਾ, ਸੁਣਦਾ ਦਾ ਭਾਵ ਉਹ ਬਹੁਤ ਨੇੜੇ ਹੈ। ਮੈਂ ਬੇਨਤੀ ਕੀਤੀ ਹੈ ਕਿ ਗੁਰੂ ਕੀ ਬਾਣੀ ਪਰਮਾਤਮਾ ਜੀ ਦੇ ਦਰ ਦਾ ਦਰਵਾਜ਼ਾ ਹੈ। ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਾਂਗੇ ਤੇ ਸਾਡੇ ਮਨ ਦੇ ਜਿਹੜੇ ਕਪਾਟ ਨੇ ਜ਼ਰੂਰ ਖੁੱਲਣਗੇ। ਦਰਸ਼ਨ ਪਿਆਸੀ ਦਿਨ ਰਾਤ, ਪਹਿਲਾਂ ਤਾਂ ਇਹ ਪਿਆਸ ਜਿਹੜੀ ਹੈ ਉਹ ਪੈਦਾ ਕਰਨੀ ਪਵੇਗੀ। ਦਰਸ਼ਨ ਪਿਆਸੀ ਦਿਨ ਰਾਤ, ਚਿਤਵਾ ਅਨ ਦਿਨ ਨੀਂਦ, ਖੋਲ ਕਪਟ ਗੁਰ ਮਿਲਿਆ, ਨਾਨਕ ਹਰ ਸੰਗ ਨੀਂਦ। ਗੁਰੂ ਮਿੱਤਰ ਜਦੋਂ ਪ੍ਰਾਪਤ ਹੋਇਆ ਤੇ ਉਹਨੇ ਗੁਰੂ ਅਕਾਲ ਪੁਰਖ ਪਰਮਾਤਮਾ ਜੀ ਦੇ ਜਿਹੜੇ ਦਰ ਦੇ ਦਰਵਾਜ਼ੇ ਸਨ, ਮੇਰੇ ਮਨ ਦੇ ਜਿਹੜੇ ਕਪਾਟ ਬੰਦ ਹੋਏ ਸਨ, ਉਹਨਾਂ ਨੂੰ ਖੋਲ ਕੇ ਤੇ ਮੈਨੂੰ ਸਾਰੇ ਪਾਸੇ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਦਰਸ਼ਨ ਕਰਵਾ ਦਿੱਤੇ। ਹੁਣ ਮੈਨੂੰ ਉਹ ਕੰਨ ਕਰਨ ਦੀ ਵਿਵਸਥਾ ਹੋਇਆ ਦਿਖਾਈ ਦਿੰਦਾ। ਸੋ ਇਹਦੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ। ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਗੁਰਬਾਣੀ ਦੇ ਰਸਾਂ ਪਾਉਂਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਹੋ ਗਈਆਂ ਹੋਣਗੀਆਂ। ਆਪ ਸੰਗਤਾਂ ਗੁਰੂ ਰੂਪ ਬਖਸ਼ ਜੋ ਬਖਸ਼ ਲੈਣਾ ਜੀ। ਕਰੋ ਫਤਿਹ ਦੀ ਸਾਂਝ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।